जी बिस्मिल्लाह रहमान रहीम। ਪੁਰਾਣੀਆਂ ਗੱਲਾਂ ਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਨੇ ਆ। ਸਾਡੇ ਪਿੰਡ ਦੇ ਲਾਲਾ ਗੁਲਾਮ ਨਬੀ ਮਿਸਤਰੀ ਬੜੇ ਮਸ਼ਹੂਰ ਨੇ ਤੇ ਜ਼ਿੰਦਾ ਦਿਲ ਨੇ। ਬਿਮਾਰ ਹੋਣ ਦੇ ਬਾਵਜੂਦ ਬੜੀ ਨਾ ਪੀੜੀ ਗੱਲ ਕਰਦੇ ਨੇ, ਖੁਸ਼ ਹੋ ਕੇ ਗੱਲ ਕਰਦੇ ਨੇ, ਦਵਾਈ ਵੀ ਖਾਂਦੇ ਪਏ ਨੇ। ਤੇ ਇਹਨਾਂ ਦੀ ਉਮਰ ਜਿਹੜੀ 75 ਸਾਲ ਤੋਂ ਜ਼ਿਆਦਾ ਹੋ ਗਈ ਹੈ। ਤੇ ਆਓ ਅੱਜ ਨਾ ਇਹਨਾਂ ਦੇ ਨਾਲ ਪੁੱਛਨੇ ਆ ਇਹਨਾਂ ਦੀ ਜਵਾਨੀ ਦੇ ਵਿੱਚ ਜ਼ਿੰਦਗੀ ਵਿੱਚ ਜਿਹੜੀਆਂ ਸੋਹਣੀਆਂ ਤੇ ਯਾਦਗਾਰ ਗੱਲਾਂ ਨੇ ਉਹਦੇ ਬਾਰੇ 'ਚ। ਜੀ ਲਾਲਾ अस्सलाम वालेकुम। वालेकुम सलाम। बड़ी मेहरबानी लाला जी। ये दसो कि तुहाडी इस ਵੇਲੇ उम्र कितनी हो गई है? 75 साल हो गई है। माशाअल्लाह। ते तुसी मिस्त्रियां ਦਾ काम भी ਕੀਤਾ ਹੈ, ਟਾਇਲ ਦਾ ਕੰਮ ਵੀ ਕੀਤਾ ਹੈ, ਤੇ ਕਿਹੜੀ ਉਮਰ 'ਚ ਕੰਮ ਸ਼ੁਰੂ ਕੀਤਾ ਜੀ? मैं मतलब 18 साल की उम्र है 18 साल उम्र ही कम से शुरू किया। ਕੰਮ ਸਿੱਖਣਾ ਸ਼ੁਰੂ ਪਹਿਲੇ ਚਨਾਈ ਦਾ ਕੀਤਾ ਜੀ ਜਾਂ ਟਾਇਲਾਂ ਦਾ ਕੀਤਾ? पहले चुनाई था ਚਨਾਈ ਦਾ ਕੀਤਾ ਜੀ। उसे टाल नहीं दिया जो जो नवा काम निकलता क्या करते ਤੇ ਤੁਸੀਂ ਪਹਿਲਾ ਕੰਮ ਕੋਈ ਯਾਦ ਜੇ ਕਿਹੜੇ ਪਿੰਡ ਕੀਤਾ ਜੀ, ਕਿਹੜੀ ਜਗ੍ਹਾ ਦਾ ਕੀਤਾ ਜੀ? हाँ दीना ਜੀਨੇ ਕੀਤਾ ਹੈ? ਅੱਛਾ। ਤੇ ਉਸ ਤੋਂ ਬਾਅਦ ਫਿਰ ਟਾਇਲ ਦਾ ਕੰਮ ਕਿੱਥੇ ਕੀਤਾ ਜੀ? टाल का काम जरा है लाला मूसा ਲਾਲਾ ਕੀਤਾ ਹੈ। लाला मूसा और केड़े पिंड है? फिर मस्जिद के विच ਮਸਜਿਦਾਂ ਦਾ ਕੰਮ ਵੀ ਕੀਤਾ ਜੀ? मस्जिद का काम किया। ਮਸਜਿਦਾਂ ਦੇ ਵਿੱਚ ਮਨਾਰ ਬਣਾਉਣਾ ਜਾਂ पूरी मस्जिद तमीर करनी। ਪੂਰੀ ਮਸਜਿਦ ਤਮੀਰ ਕਰਨੀ, ਫਿਰ ਉਹਦੇ ਤੇ ਟਾਇਲ ਦਾ ਵੀ ਕੰਮ ਕਰਦੇ ਹੋ? ਅੱਛਾ ਅੱਛਾ। ਇਹਦਾ ਮਤਲਬ ਤੁਸੀਂ ਮਿਸਤਰੀ ਹੋ, ਕਾਰੀਗਰ ਹੋ। ਤੇ ਲਾਲਾ ਇਹ ਦੱਸੋ ਕਿ ਰੋਜ਼ਿਆਂ ਦਾ ਮਹੀਨਾ ਹੈ, ਬਰਕਤ ਵਾਲਾ ਰਹਿਮਤ ਵਾਲਾ ਮਹੀਨਾ ਹੈ, ਤੇ ਜਦੋਂ ਤੁਸੀਂ ਜਵਾਨ ਹੋ ਤੇ ਉਸ ਵੇਲੇ ਪੁਰਾਣੇ ਜ਼ਮਾਨੇ 'ਚ ਰੋਜ਼ੇ ਜਿਹੜੇ ਵਡੇਰੇ ਸਾਡੇ ਰੱਖਦੇ, ਤੁਸੀਂ ਰੱਖਦੇ ਹੋ, ਉਹ ਕਿਹਦਾ ਮੋਲ ਹੁੰਦਾ? वो जनाब लस्सी दबा के पीनी है, ਅੱਛਾ। रोटी मतलब बाजरे की खानी है ਬਾਜਰੇ ਦੀ। सियाल दे विच। ਅੱਛਾ ते गर्मियां ने तो मतलब फिर कणक की खानी है। ਅੱਛਾ। रोजा खोलने दे गुड़ दे शरबत नाल खोलना है, ਗੁੜ ਤੇ ਸ਼ਰਬਤ ਨਾਲ? गुड़ दे शरबत नाल। ਅੱਛਾ जिस वक्त रोजा मतलब खोलना है, हाँ। उस वक्त मतलब मुसाफिर ने उतरी छत ते चढ़ जाना है, उन्हें आंगरा मारना है, हाँ। रोजा खुल गया, रोजा खुल जाता ਹੁੰਦਾ ਹਾਂ। ਇਹ ਰੋਜ਼ਾ ਖੋਲਣੇ ਵਾਸਤੇ ਜਿਹੜਾ ਐਲਾਨ ਹੁੰਦਾ ਹੈ, ऐलान ਇਹ ਹੁੰਦਾ ਮੁਸਾਫਰ ਕਰਦਾ ਹੁੰਦਾ। मुसाफिर ਰੋਜ਼ਾ ਰੱਖਣੇ बगैर ਵਾਸਤੇ स्पीकर तो ਸਪੀਕਰ ਤੋਂ ਬਗੈਰ? रोजा रखने वास्ते ਹਾਂ ਇਹ ਢੋਲ ਵਾਲੇ मतलब ਹਾਂ। ईद ਲੈਂਦੇ है, हाँ। ਉਹ ਪੂਰਾ ਮਹੀਨਾ मतलब ਢੋਲ ਮਾਰਦੇ ਸਰਗੀ ਸਰਗੀ ਮਾਰਦੇ, ਬੰਦਿਆਂ ਨੂੰ ਜਗਾਉਂਦੇ? ਜਗਾਉਂਦੇ ਹੈ। ਅੱਛਾ। ਉਸ ਤੋਂ ਬਾਅਦ मतलब ਉਹਨਾਂ ਨੂੰ ਫਿਰ ਘਰ ਘਰ ਈਦ ਵਾਲੀ ਜਿਹੜੀ ਈਦ ਲੈਂਦੇ ਉਹਨਾਂ ਦੀ ਉਹ ਖਿਦਮਤ ਕਰਦੇ? ਅੱਛਾ। ਢੋਲ ਵਜਾਉਣ ਵਾਲਾ ਕਿਹੜਾ ਹੌਸਲੇ ਤੁਹਾਡੇ ਪਿੰਡ ਦਾ? ਢੋਲ ਵਜਾਣੇ ਵਾਲਾ ਨਾਂ ਯਾਦ ਬਾਬਾ ਹੈ? ਸਰਦਾਰਾ ਭਰਾਈ ਕਰਕੇ ਕਹਿੰਦੇ ਇਹਨਾਂ ਨੂੰ। ਬਾਬਾ ਸਰਦਾਰਾ ਭਰਾਈ। ਹਾਂ। ਅੱਛਾ ਅੱਛਾ ਅੱਛਾ। ਪੁਰਾਣਾ ਜਿਹੜਾ ਇਹ ਅਸਗਰ ਇਹ ਹੁਣ ਭਰਾਈ ਏ ਢੋਲ ਵਾਲਾ, ਹਾਂ, ਉਹਦਾ ਕੀ ਲੱਗਦਾ ਹੋ? ਮੇਰਾ ਖਾਲੇ ਉਹਦਾ ਵਾਲਦ ਲੱਗਦਾ, ਦਾਦਾ ਲੱਗਦਾ? ਇਹ ਹਾਂ, ਉਹ ਉਹਨਾਂ ਦੇ ਕੋਈ ਲੱਗਦੇ ਹੈ। ਇਹ ਹਾਂ। ਅੱਛਾ। ਤੇ ਇਹ ਮੈਨੂੰ ਦੱਸੋ ਕਿ ਉਸ ਲਈ ਨਾ ਜਿਹੜੇ ਨੇ ਜਿਹੜੀਆਂ ਤਰਾਵੀਆਂ ਲੋਕ ਪੜ੍ਹਦੇ ਹੈ ਤੇ ਗਰਮੀਆਂ ਹੁੰਦੀਆਂ ਹੀ ਆ, ਤੇ ਕਿਸ ਤਰ੍ਹਾਂ ਉਹਦੀ ਗੱਲਬਾਤ ਵੀ ਦੱਸੋ ਜ਼ਰਾ। ਉਹ ਗਰਮੀ ਨਹੀਂ ਤਰਾਬੀਆਂ ਜਿਹੜੀਆਂ ਪੜ੍ਹਦੇ ਨੇ ਨਾ, ਹਾਂ। ਉਹ ਮਤਲਬ ਸਹਿਣ ਦੇ ਵਿੱਚ ਖਲੋ ਕੇ ਤਰਾਬੀਆਂ ਪੜ੍ਹਦੇ ਹੁੰਦੇ ਗਰਮੀਆਂ ਦੇ ਵਿੱਚ ਮਸਜਿਦ ਜਾ ਕੇ? ਮਸਜਿਦ ਜਾ ਕੇ। ਅੱਛਾ। ਤੇ ਸਰਦੀਆਂ ਦੇ ਵਿੱਚ ਹਰ ਬੰਦਾ ਨਹੀਂ ਵੀ ਜਾਂਦਾ। ਹਾਂ। ਅੱਛਾ। ਦਿਹਾੜੀ ਪੱਠੇ ਕੁੱਤਰ ਕੁੱਤਰ ਕੇ ਬਲਾ ਨਿਕਲੀ ਹੁੰਦੀ, ਨਿਹਾਲ ਵਾਵਾ ਕੇ ਬਲਾ ਨਿਕਲੀ ਹੁੰਦੀ। ਕੋਈ ਬੰਦਾ ਖੁਦਾ ਦਾ ਖੌਫ ਦੇ ਡਰਦਾ, ਮਤਲਬ ਕੋਈ 10-12 ਮਤਲਬ ਨਮਾਜ਼ੀ ਹੋਣੇ। ਅੱਛਾ ਅੱਛਾ। ਉਸ ਜਾਂਦੇ ਹੈ। ਅੱਛਾ। ਇਹ ਦੱਸੋ ਜਿਹੜੇ ਤਰਾਵੀਆਂ ਪੜ੍ਹਾਉਂਦੇ ਹੈ, ਜਿਹੜੇ ਹਾਫਿਜ਼ ਸਾਹਿਬ ਹੁੰਦੇ, ਤੁਹਾਨੂੰ ਯਾਦ ਹੋਏਗਾ ਉਸ ਦੇ ਕਿਹੜੇ ਹਾਫਿਜ਼ ਸਾਹਿਬ ਹੈ ਜਿਹੜੇ ਤਰਾਵੀਆਂ ਪੜ੍ਹਾਉਂਦੇ? ਸਾਡੀ ਉਸ ਜੀ ਹਾਫਿਜ਼ ਅਬਦੁੱਲਾ ਹੀ ਆ। ਹਾਫਿਜ਼ ਅਬਦੁੱਲਾ ਮੀਆਂ ਮਨੀਰ ਦੇ ਜਿਹੜੇ ਵਾਲਦ ਨੇ ਮਰਹੂਮ ਹਾਫਿਜ਼ ਅਬਦੁੱਲਾ ਸਾਹਿਬ। ਅੱਛਾ। ਉਹ ਤਰਾਵੀਆਂ ਪੜ੍ਹਾਉਂਦੇ ਹੈ। ਅੱਛਾ। ਤੇ ਤੁਹਾਨੂੰ ਯਾਦ ਹੋਏਗਾ ਕਿ ਬੰਦੇ ਨਾ ਖੂਹਾਂ ਤੇ ਕੰਮ ਕਰਦੇ, ਵਾਢੀ ਵੀ ਕਰਦੇ, ਜ਼ਮੀਨਦਾਰੀ ਕਰਦੇ। ਕਿਹੜਾ ਪਿੰਡ ਦਾ ਉਸ ਵੇਲੇ ਨਾ ਬੰਦਾ ਜਿਹੜਾ ਲਗਾਤਾਰ ਰੋਜ਼ੇ ਰੱਖਦਾ ਹਾ, ਵਾਢੀ ਕਰਦਾ, ਲੇਕਿਨ ਰੋਜ਼ਾ ਨਹੀਂ ਛੱਡਦਾ, ਨਮਾਜ਼ ਨਹੀਂ ਛੱਡਦਾ? ਉਹ ਬਾਬਾ ਅਬਦੁੱਲਾ। ਬਾਬਾ ਅਬਦੁੱਲਾ ਅਬਦੁੱਲਾ ਸ਼ੁਕਰੁੱਲਾ ਰਾਂਦੇ ਬਿਲਕੁਲ ਦੇ ਵਾਲਦ ਹੈ। ਇਹ ਚਾਚਾ ਹਨ। ਅੱਛਾ ਅੱਛਾ। ਚਾਚਾ ਲੱਗਦਾ? ਚਾਚਾ ਹਨ। ਹਾਂ। ਉਹਨਾਂ ਦੇ ਵਡੇਰਾ ਹਾਂ। ਉਹਨਾਂ ਦਾ ਮਤਲਬ ਜਿਹੜਾ ਲਗਾਤਾਰ ਰੋਜ਼ੇ ਰੱਖਦੇ? ਉਹ 12 ਮਹੀਨੇ ਲਗਾਤਾਰ ਰੋਜ਼ਾ ਰੱਖਦੇ ਹੈ। ਹਾਂ। ਤੇ ਗਾਂ ਦਾ ਦੁੱਧ ਮਤਲਬ ਚੋ ਕੇ ਤਾਂ ਮਤਲਬ ਰੋਟੀ ਘਰ ਨਹੀਂ ਖਾਣਾ ਹੋਣਾ, ਉੱਥੇ ਮਤਲਬ ਗਾਂ ਦਾ ਦੁੱਧ ਚੋ ਕੇ ਤਾਂ ਮਤਲਬ ਪੀ ਸਕਣਾ। ਅੱਛਾ ਅੱਛਾ ਅੱਛਾ। ਹਾਂਜੀ। ਇਹ ਬੜੀ ਗੱਲ ਹੈ, ਤੁਹਾਨੂੰ ਇਹ ਗੱਲਾਂ ਯਾਦ ਨੇ। ਅੱਛਾ। ਇਹ ਦੱਸੋ ਕਿ ਰੋਜ਼ਿਆਂ ਤੋਂ ਬਾਅਦ ਫਿਰ ਜਿਸੇ ਈਦ ਆਉਂਦੀ ਸੀ
तो उस लिए ना ईद दियां कितने चाऽ होंदे हे, केह् त्यारी करदे, कपड़े बनांदे, खाना पीना, मेले लगदे, ओह्दे बारे च लाला दस्सो जरा। ਉਹ ਈਦ ਦਾ ਚੰਨ ਨਜ਼ਰ ਆਉਂਦਾ ਤਾਂ ਮਤਲਬ ਸ਼ਾਮੀ ਰੋਟੀ ਖਾ ਕੇ ਤਾਂ ਮਤਲਬ ਹਰ ਬੰਦੇ ਨੇ ਹੱਥਾਂ 'ਤੇ ਮਹਿੰਦੀ ਲਿਪਣੀ ਹੈ। ਮਹਿੰਦੀ ਲਿਪ ਕੇ ਤੇ ਫਿਰ ਮਤਲਬ ਗਲੀਆਂ ਦੇ ਵਿੱਚ ਖੇਡਣਾ ਨਾਲੇ ਤੇ ਨਾਲੇ ਉਹਨੂੰ ਸੁਕਾਉਣਾ ਇੰਝ ਕਰਕੇ। ਅੱਛਾ ਮੁੰਡੇ ਵੀ ਮਹਿੰਦੀ ਲਾਉਂਦੇ ਹੈ? ਮੁੰਡੇ ਮਹਿੰਦੀ ਲਾਉਂਦੇ ਸੀ ਹੱਥਾਂ 'ਤੇ। ਅੱਛਾ ਅੱਛਾ। ਤੇ ਉਹ ਦੋ ਰਾਹ ਮਹਿੰਦੀ ਦਾ। ਅੱਛਾ। ਤੇ ਉਹ ਮੁੰਡੇ ਗਲੀਆਂ ਦੇ ਵਿੱਚ ਖੇਡਦੇ ਆ ਇਹ। ਹਾਂ। ਫੁੱਲ ਬੂਟੀ ਵਾਲੀ ਮਹਿੰਦੀ ਹੁੰਦੀ ਕੋਦੀ ਇਹ, ਉਹ ਅੱਛਾ। ਖਾਲੀ ਲਿਪਦੇ ਇਹ ਹੱਥਾਂ ਨਾਲ। ਅੱਛਾ ਅੱਛਾ। ਲਾਲਾ ਇਹ ਦੱਸੋ ਕਿ ਈਦ ਵਾਲੇ ਦਿਹਾੜੇ ਕਿੰਨੇ ਚਾਹ ਹੁੰਦੇ, ਕੀ ਤਿਆਰੀ ਕਰਦੇ ਹੋ ਤੁਸੀਂ ਜਾਂ ਤੁਹਾਡੇ ਵਡੇਰੇ ਕੀ ਕਰਦੇ ਸਭ ਹੋ? ਤੋਂ ਜ਼ਿਆਦਾ ਤੇ ਮਤਲਬ ਮਸ਼ਹੂਰ ਆ ਹਲਵਾ। ਹਲਵਾ ਹਲਵਾ ਘਰਾਂ 'ਚ ਪਕਾਉਂਦੇ ਹੈ? ਘਰਾਂ 'ਚ ਪਕਾਉਂਦੇ ਆ। ਫਿਰ ਤੇ ਗੋਸ਼ਤ ਕਿਸੇ ਦੇ ਨਸੀਬਾਂ ਦੇ ਵਿੱਚ ਮਤਲਬ ਅੱਛਾ ਗੋਸ਼ਤ ਨਹੀਂ ਕੋਈ ਹੁੰਦਾ? ਨਹੀਂ ਹੁੰਦਾ। ਹਾਂ ਅੱਛਾ। ਨਸੀਬਾਂ ਦੇ ਵਿੱਚ। ਤੇ ਕੱਪੜੇ ਨਵੇਂ ਸਾਰੇ ਘਰ ਦੇ ਕੀ ਬਣਾਉਂਦੇ ਹੈ? ਕੱਪੜੇ ਦੇ ਜੇ ਤਾਂ ਮਤਲਬ ਸਾਲ ਪੂਤੇ ਦੇ ਸੀਤੇ ਨੇ ਤੇ ਮਤਲਬ ਉਹੀ ਬੰਦੇ ਨੇ ਪਾਣੇ ਨੇ ਧੋ ਕੇ ਧੋ ਕੇ। ਧੋ ਕੇ ਉਹ ਜਿਹੜਾ ਧੋ ਕੇ ਧਰਿਆ ਹੁੰਦਾ ਅੱਛਾ ਅੱਛਾ। ਉਹ ਜੇ ਕਿਤੇ ਨਿਕਲਣਾ ਦਿੱਤਾ ਵੀ ਜੇ ਨਹੀਂ ਹਾਂ ਅਗਰ ਕੱਪੜੇ ਆਣ ਕਿਤੇ ਸ਼ਾਦੀ ਤੇ ਜਾਣਾ ਹੈ, ਹਾਂ ਵਡੇਰੇ ਬੰਦੇ ਜੁੱਤੀ ਪੂਰੀ ਕਰ ਲੈਂਦੇ ਕਿਦੀ ਹੈ ਦੂਜੇ ਬੰਦੇ ਦੀ, ਤਾਂ ਮਤ ਕਿਸੇ ਦੇ ਘਰੋਂ ਲੈ ਲੈਣੀ, ਚਾਦਰ ਕਿਸੇ ਦੇ ਘਰੋਂ ਲੈ ਲੈਣੀ, ਕਮੀਜ਼ ਕਿਸੇ ਦੇ ਘਰੋਂ ਲੈ ਲੈਣੀ, ਪੱਗ ਕਿਸੇ ਦੇ ਘਰੋਂ ਲੈ ਲੈਣੀ, ਕਿਉਂ ਪੰਜਾਂ ਘਰਾਂ 'ਚ ਫਿਰ ਕਿਤੇ ਆਪਣਾ ਸੂਟ ਬਣਾ ਕੇ ਤੇ ਆਪਣਾ ਕੰਮ ਟਪਾ ਲੈਂਦੇ ਸਫੈਦ ਪੋਸ਼ੀ ਦੇ ਜ਼ਮਾਨੇ। ਅੱਛਾ ਲਾਲਾ ਇਹ ਦੱਸੋ ਕਿ ਈਦ ਵਾਲੇ ਦਿਹਾੜੇ ਉਸ ਲਈ ਨਾ ਮੇਲੇ ਲੱਗਦੇ ਹੈ, ਪਿੰਗਾਂ ਪੈਂਦੀਆਂ ਜਿਹੜੀਆਂ ਨੇ ਨਾ ਬੱਚੀਆਂ ਨੇ ਬੀਬੀਆਂ ਨੇ ਉਹ ਜਾ ਕੇ ਨੇ ਖੂਹਾਂ ਤੇ ਹੈ ਉਹ ਪਿੰਗਾਂ ਪਾਉਂਦੇ, ਉਹਦੇ ਬਾਰੇ ਦੱਸੋ ਸਾਨੂੰ। ਉਹ ਜਨਾਬ ਜਿਸ ਬੱਚੀ ਤੇ ਬੱਚੇ ਦੀ ਸ਼ਾਦੀ ਹੁੰਦੀ ਸੀ ਨਾ, ਹਾਂ ਜਿਸ ਬੱਚੇ ਦੀ ਸ਼ਾਦੀ ਹੁੰਦੀ ਸੀ ਉਹ ਬੱਚਾ ਮਤਲਬ ਪਿੰਗ ਲੈ ਕੇ ਦਿੰਦਾ ਹੁੰਦਾ ਸੀ। ਅੱਛਾ ਸਾਹਮਣੇ ਘਰ ਨੂੰ। ਅੱਛਾ ਸਾਰੇ ਕੁੜੀ ਨੂੰ ਜਿਹੜਾ ਕੁੜੀ ਵਾਲਿਆਂ ਦੇ ਪੇਕਿਆਂ ਨੂੰ ਮਤਲਬ ਅੱਛਾ ਪਿੰਗ ਲੈ ਕੇ ਦਿੰਦੇ ਹੁੰਦੇ। ਪਿੰਗ ਲੈ ਕੇ ਦਿੰਦਾ ਜਿਹੜੀ ਸਹੇਲੀਆਂ ਨਹੀਂ ਕੁੜੀ ਦੀਆਂ ਹਾਂ ਉਹ ਕਹਿੰਦੀ ਪਿੰਗ ਸਾਡੀ ਦਿਓ। ਬੜੀ ਸੋਹਣੀ ਗੱਲ ਸੁਣਾਈ ਜੇ। ਤੇ ਉਹ ਫਿਰ ਈਦ ਵਾਲੇ ਦਿਹਾੜੇ ਜਿਹੜਾ ਨਾ ਉਹ ਈਦ ਦਾ ਦਿਹਾੜੇ ਜੇਕਰ ਪਿੰਡ ਦੇ ਵਿੱਚ ਕੋਈ ਬੂਟਾ ਵੱਡਾ ਹੈ ਉਹਦੇ ਨਾਲ ਪਿੰਗ ਪਾ ਲਈ, ਜੇ ਨਹੀਂ ਪਿੰਡ ਦੇ ਨਾਲ ਬਾਹਰਲੇ ਪਾਸੇ ਨਿਆਂ ਦੇ ਵਿੱਚ ਪਾ ਲਈ। ਅੱਛਾ ਅੱਛਾ। ਅਗਰ ਨਹੀਂ ਤੇ ਕਿਸੇ ਬਿਲਕੁਲ ਖੂਹ ਜਿਹੜਾ ਜੋੜਵਾ ਜਿਕਣਾ ਹੈ ਸਿੱਖਾਂ ਦਾ ਹੁੰਦਾ ਪਿੱਪਲ ਜਾ, ਇਸ ਤਰ੍ਹਾਂ ਮਤਲਬ ਕੋਈ ਬੂਟਾ ਹੈ ਉਹਨੂੰ ਮਤਲਬ ਪਿੰਗ ਉੱਥੇ ਪਾ ਲਈਏ। ਉੱਥੇ ਜਾ ਕੇ ਕੁੜੀਆਂ ਜਿਹੜੀਆਂ ਪਿੰਗਾਂ ਲੈਂਦੀਆਂ ਜਾਂ ਈਦ ਮਨਾਉਂਦੀਆਂ। ਅੱਛਾ ਮੁੰਡੇ ਚੁੰਡੇ ਕੀ ਕਰਦੇ ਹੈ ਜਵਾਨ ਜਿਹੜੇ ਨੇ ਉਹ ਕੋਡੀ ਖੇਡਦੇ ਹੈ, ਕੁਸ਼ਤੀ ਕਰਦੇ, ਕੀ ਕਰਦੇ ਹੈ? ਉਹ ਈਦ ਵਾਲੇ ਦਿਨ ਜਿਸ ਵਕਤ 3 ਦਾ ਟਾਈਮ ਹੋਣਾ ਨਾ ਫਿਰ ਮਤਲਬ ਮੁਲਕ ਨੇ ਟੁਰ ਪੈਣਾ ਜੀ ਫਲਾਣੇ ਪਾਸੇ ਅੱਜ ਪਿੰਡੂ ਦੱਖਣ ਵਾਲੇ ਪਾਸੇ ਜਾਂ ਦੱਖਣ ਵਾਲੇ ਪਾਸੇ ਜਾਂ ਪਰਬਤ ਵਾਲੇ ਪਾਸੇ ਕੋਡੀ ਹੈ। ਅੱਛਾ। ਜਾਂ ਕੁਸ਼ਤੀ ਹੈ। ਫਿਰ ਉੱਥੇ ਜਾਣਾ ਹੈ। ਉੱਥੇ ਜਾ ਕੇ ਤੇ ਉਹਨਾਂ ਨੇ ਮਤਲਬ ਕੋਡੀ ਖੇਡਣੀ ਹੈ, ਕੁਸ਼ਤੀ ਖੇਡਣੀ ਹੈ। ਜਿਹੜਾ ਪਹਿਲਾ ਟਾਈਮ ਹੁੰਦਾ ਉਹਦੇ ਵਿੱਚ ਜ਼ਿਮੀਂਦਾਰ ਦਾੰਦ ਲੈ ਕੇ ਤੇ ਜਿਹੜਾ ਪਿੰਡ ਦੇ ਨਾਲ ਖੂਹ ਹੁੰਦਾ ਉੱਥੇ ਜੋੜਦੇ ਇਹ ਉਹ ਦਾੰਦ ਨੂੰ ਸੋਟੀਆਂ ਚੰਗੀਆਂ ਮਾਰ ਕੇ ਭਜਾਣਾ, ਦਾੰਦਾਂ ਨੂੰ ਭਜਾਣਾ। ਖੂਹ ਗੇੜਨ ਦੇ ਮੁਕਾਬਲੇ ਹੁੰਦੇ ਹੈ ਤੇ ਪਿਛੇ ਟਾਈਮ ਜਿਹੜੇ ਜਵਾਨ ਨੇ ਕੋਡੀ ਖੇਡਦੇ। ਅੱਛਾ ਤੁਹਾਨੂੰ ਤੁਸੀਂ ਆਪੂ ਕੋਡੀ ਖੇਡਦੇ ਰਹੇ ਹੋ, ਤੁਹਾਨੂੰ ਹੀ ਸ਼ੌਕ ਹੈ? ਕੋਡੀ ਖੇਡਦੇ। ਤੁਹਾਡੇ ਨਾਲ ਕਿਹੜਾ ਕਿਹੜਾ ਉਸੇ ਕੋਡੀ ਖੇਡਣ ਵਾਲਾ ਕੁਸ਼ਤੀ ਕਰਨ ਵਾਲਾ? ਮੇਰਾ ਨੂਰ ਸੈਨ ਦੇ ਮੁਹੰਮਦ ਸੈਨ ਆ ਦਿੰਦੇ ਮਤਲਬ ਉਹ ਗੁਲਾਮ ਪੀਰ ਮੁਹੰਮਦ ਦਾ ਭਰਾ ਇਹ ਦੇ ਸ਼ਬੀਰ ਲਹਿੰਦੇ ਵਾਲਾ ਹੋ ਗਿਆ, ਸਰਵਰ ਲਹਿੰਦੇ ਵਾਲਾ ਹੋ ਗਿਆ, ਇਹ ਸਾਰੇ ਅਸੀਂ ਕੋਡੀ ਖੇਡਦੇ ਹੁੰਦੇ ਹੈ। ਅੱਛਾ ਅੱਛਾ। ਤੇ ਤੁਹਾਨੂੰ ਤੁਹਾਡਾ ਜਿਹੜਾ ਚੰਗਾ ਸੱਜਣ ਹਾਂ ਤੁਹਾਨੂੰ ਯਾਦ ਹੈ, ਕਿਹੜਾ ਹਾਂ ਤੁਹਾਡਾ ਸੱਜਣ ਜਿਹੜਾ ਤੁਹਾਨੂੰ ਯਾਦ ਹੈ ਹੁਣ ਉਹ ਦੁਨੀਆ ਤੇ ਹੈ ਜਾਂ ਟੁਰ ਗਿਆ ਤੁਹਾਡਾ? ਸਰਵਰ ਲਹਿੰਦੇ ਵਾਲਾ ਸੱਜਣ ਮੇਰਾ ਸਰਵਰ ਲਹਿੰਦੇ ਵਾਲਾ। ਤੇ ਲਹਿੰਦੇ ਬੜੇ ਦੋ ਹੈ ਜਿਹੜੇ ਔਰ ਸ਼ਬੀਰ ਹੋ ਗਿਆ, ਨੂਰ ਸੈਨ ਹੋ ਗਿਆ, ਤੇ ਉਧਰੋਂ ਸਾਗ ਕਿੱਥੇ ਅਬਦੁੱਲਾ ਤਖਾਣਾ ਦਾ ਮਤਲਬ ਉਹਨਾਂ ਦੇ ਲੱਗਦੇ ਹੁੰਦੇ ਇੱਥੇ ਠੀਕ ਹੈ ਭਰਾ ਲੱਗਦੇ ਚਾਚੇ ਭਤੀਜੇ ਹੈ ਨੇ ਉਹ ਟੁਰ ਗਏ ਨੇ। ਉਹ ਮੁੰਡੇ ਵੀ ਨਿੱਕੇ ਜਿਹੜੇ ਹੁੰਦੇ ਉਹ ਵੀ ਯਾਦ, ਯਾਨੀ ਕਿ ਤੁਹਾਨੂੰ ਸੱਜਣ ਜਿਹੜੇ ਤੁਹਾਡੇ ਜੇ ਤੁਹਾਡੇ ਯਾਰ ਸੱਜਣ ਮਿਰਜ਼ਾ ਸ਼ਮੌਨ ਯਾਰ ਆ, ਮਿਰਜ਼ਾ ਸ਼ਮੌਨ ਮਰਹੂਮ ਜਿਹੜੇ ਨੇ ਇਹ ਜਿਹੜੇ ਨੇ ਇਹ ਯਾਰ ਹੈ। ਅੱਛਾ। ਇਹ ਕਿਹੜਾ ਉਸ ਵਕਤ ਮਤਲਬ ਕੋਈ ਕੰਮ ਕਾਜ ਕਰਦੇ ਹੈ। ਵੇਲੇ ਹੈ ਵੇਲੇ ਕੋਡੀਆਂ ਲੈ ਲੈਣੀਆਂ, ਖੇਡਣਾ, ਬਾਂਟੇ ਲੈ ਲੈਣੇ ਖੇਡਣੇ, ਗੱਜੀ ਚਾਰਾ ਪਾ ਲੈਣਾ ਉਹ ਖੇਡਣਾ, 12 ਕਾਰਡ ਪਾ ਲੈਣਾ ਉਹ ਖੇਡਣਾ। ਹਾਕੀ ਮਤਲਬ ਖੇਡਣੀ ਅੱਖਾਂ ਦੀ ਲੈ ਕੇ ਹਾਕੀਆਂ ਡਿੰਗੀਆਂ ਦੀਆਂ ਗੇਂਦ ਲੈ ਕੇ। ਤੇ ਤੁਸੀਂ ਹਾਕੀ ਵੀ ਖੇਡੀ ਹੈ? ਹਾਕੀ ਵੀ ਖੇਡੀ। ਲਾਲਾ ਗੁਲਾਮ ਨਬੀ ਇਹ ਦੱਸੋ ਕਿਹੜੀ ਸਨ ਦੀ ਗੱਲ ਹੈ, 70 ਵਿੱਚ, 60 ਵਿੱਚ ਜਾਂ 80 ਦੀ ਦਹਾਈ ਵਿੱਚ, ਕਿਹੜੇ ਦੌਰ ਵਿੱਚ? ਇਹ ਚਲੋ ਜਦੋਂ ਤੁਹਾਨੂੰ ਜਿਹੜਾ ਯਾਦ ਆ ਜਾਵੇ 65 66 ਚ ਇਹਦੇ ਵਿੱਚ ਮਤਲਬ ਅੱਖਾਂ ਦੀਆਂ ਹਾਕੀਆਂ ਬਣਾ ਕੇ ਖੇਡਦੇ। ਅੱਛਾ ਕਿਹੜਾ ਕਿਹੜਾ ਤੁਹਾਡਾ ਸੰਗੀ ਹੈ ਉਸ ਵੇਲੇ? ਸੰਗੀ ਜਿਤਨੇ ਮੁੰਡੇ ਲੈਂਦੇ ਵਾਲੇ ਆ ਸਾਰੇ ਮਤਲਬ ਲੈਂਦੇ ਵਾਲੇ ਜਿਹੜੇ ਨੇ। ਇਹਦਾ ਮਤਲਬ ਕਿ ਬਾਰ-ਬਾਰ ਦੀ ਹਾਕੀ ਪਹਿਲੇ ਤੁਸੀਂ ਜਿਹੜੀ ਹੈ ਨਾ 65 ਦੇ ਵਿੱਚ ਖੇਡੀ ਅੱਖਾਂ ਵਾਲੀ। ਅੱਛਾ ਅੱਛਾ ਅੱਛਾ। ਤੇ ਬੜੀ ਸੋਹਣੀ ਗੱਲ ਦੱਸੀ ਜੇ ਲਾਲਾ। ਇਹ ਦੱਸੋ ਹੁਣ ਤੁਹਾਡਾ ਕੀ ਦਿਲ ਕਰਦਾ
ਕਿ ਹੁਣ ਤੁਸੀਂ ਵਡੇਰੇ ਹੋ ਗਏ ਹੋ ਤੇ ਬਿਮਾਰ ਵੀ ਹੋ ਤੇ ਤੁਹਾਡਾ ਕੀ ਦਿਲ ਕਰਦਾ ਕਿ ਮੈਂ ਇਹ ਖਾਵਾਂ ਇਹ ਕਰਾਂ? ਦਿਲ ਕਿਸੇ ਸ਼ਾਦੇ ਨਹੀਂ ਕਰਦਾ।